हाँ जी दोस्तों, सत श्री अकाल जी साਰਿਆਂ ਨੂੰ। स्वागत है जी ਤੁਹਾਡੇ अपने यूट्यूब चैनल जो कैसी जीके ਤੇ। इस वीडियो ਦੇ ਵਿੱਚ ਅਸੀਂ ਪੰਜਾਬੀ ਗ੍ਰਾਮਰ ਯਾਨੀ ਕਿ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਟੌਪਿਕ ਡਿਸਕਸ ਕਰਾਂਗੇ ਜੀ। ਬਿਲਕੁਲ ਬੇਸਿਕ ਤੋਂ ਸ਼ੁਰੂ ਕੀਤਾ ਜਾਵੇਗਾ। ਆਉਣ ਵਾਲੇ ਜਿਵੇਂ PS ਟੈਟ ਦਾ ਐਗਜ਼ਾਮ ਹੈ ਜਾਂ ਫਿਰ ਇਸ ਤੋਂ ਇਲਾਵਾ PPSC, ਉਸ ਤੋਂ ਬਾਅਦ PSSB ਦੇ ਰਿਗਾਰਡਿੰਗ ਜੋ ਐਗਜ਼ਾਮ ਆਉਣ ਵਾਲੇ ਹਨ, ਉਸ ਦੇ ਵਿੱਚ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੋਏਗਾ। ਇਸ ਦੇ ਵਿੱਚ ਅਸੀਂ ਪੰਜਾਬੀ ਗ੍ਰਾਮਰ ਦਾ ਬਿਲਕੁਲ ਬੇਸਿਕ ਪਾਰਟ ਸ਼ੁਰੂ ਕਰਾਂਗੇ। ਉਮੀਦ ਕਰਾਂਗਾ ਕਿ ਇਸ ਪਾਰਟ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਕਾਫੀ ਜ਼ਿਆਦਾ ਜਾਣਕਾਰੀ ਮਿਲੇਗੀ ਅਤੇ ਤੁਹਾਡਾ ਗਿਆਨ ਦੇ ਵਿੱਚ ਵਾਧਾ ਹੋਏਗਾ। ਬਿਲਕੁਲ ਬੇਸਿਕ ਤੋਂ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਗੱਲ ਕਰੀਏ ਵਿਆਕਰਨ। ਵਿਆਕਰਨ ਕੀ ਹੈ? ਦੇਖੋ ਜੀ, ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਦੇ ਵਿੱਚ ਲਿਖਣ ਜਾਂ ਬੋਲਣ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਨ ਕਿਹਾ ਜਾਂਦਾ ਹੈ। ਯਾਨੀ ਕਿ ਜਿਹੜੇ ਅੱਖਰ ਜਿਹੜੇ ਆਪਾਂ ਯੂਜ਼ ਕਰਦੇ ਹਾਂ ਲਿਖਣ ਵਾਸਤੇ, ਉਹ ਨਿਯਮਾਂ ਨੂੰ, ਜਿਹੜੇ ਨਿਯਮਾਂ ਦੀ ਆਪਾਂ ਵਰਤੋਂ ਕਰਦੇ ਹਾਂ, ਅਜਿਹੇ ਨਿਯਮਾਂ ਨੂੰ ਵਿਆਕਰਨ ਕਿਹਾ ਜਾਂਦਾ ਹੈ ਜੀ। ਵਿਆਕਰਨ ਕਿਸੇ ਵੀ ਭਾਸ਼ਾ ਦਾ ਬਹੁਤ ਹੀ ਅਨਿੱਖੜਵਾਂ ਅੰਗ ਹੁੰਦਾ ਹੈ ਜੀ। ਭਾਸ਼ਾ ਸੰਬੰਧੀ ਵਿਆਕਰਨ ਦੇ ਨਿਯਮ ਬਾਹਰੋਂ ਨਹੀਂ ਲਏ ਜਾਂਦੇ, ਸਗੋਂ ਉਸੇ ਭਾਸ਼ਾ ਵਿੱਚੋਂ ਪਛਾਣੇ ਗਏ ਹੁੰਦੇ ਹਨ। ਕਿਸੇ ਇੱਕ ਭਾਸ਼ਾ ਦੇ ਇਹਨਾਂ ਨਿਯਮਾਂ ਨੂੰ ਕਿਸੇ ਦੂਸਰੀ ਭਾਸ਼ਾ ਉੱਤੇ ਇਨ-ਬਿਨ ਲਾਗੂ ਨਹੀਂ ਕੀਤਾ ਜਾ ਸਕਦਾ। ਯਾਨੀ ਕਿ ਅਲੱਗ-ਅਲੱਗ ਭਾਸ਼ਾ, ਜਿੰਨੀਆਂ ਵੀ ਭਾਸ਼ਾਵਾਂ ਹੋਣਗੀਆਂ, ਹਰ ਭਾਸ਼ਾ ਦਾ ਆਪਣਾ ਵਿਆਕਰਨ ਹੋਏਗਾ, ਆਪਣੀ ਗ੍ਰਾਮਰ ਹੁੰਦੀ ਆ। ਕਿਸੇ ਵੀ ਭਾਸ਼ਾ ਨੂੰ ਸਿੱਖਣ ਦੇ ਲਈ ਤੁਹਾਨੂੰ ਗ੍ਰਾਮਰ ਸਿੱਖਣੀ ਜ਼ਰੂਰੀ ਹੈ। ਵਿਆਕਰਨ ਦੇ ਨਿਯਮ ਆਮ ਤੌਰ 'ਤੇ ਸਥਿਰ ਹੁੰਦੇ ਹਨ, ਜਦੋਂ ਕਿ ਜੀਵਿਤ ਭਾਸ਼ਾ ਗਤੀਸ਼ੀਲ ਹੁੰਦੀ ਹੈ। ਵਿਆਕਰਨ ਦੇ ਮੁੱਖ ਤੌਰ 'ਤੇ 4 ਭਾਗ ਹੁੰਦੇ ਹਨ। ਵਿਆਕਰਨ ਨੂੰ ਅਸੀਂ ਕਿੰਨੇ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ? ਇਹ ਤੁਹਾਨੂੰ ਕੁਐਸਚਨ ਆ ਸਕਦਾ ਹੈ। ਵਿਆਕਰਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? ਤਾਂ ਤੁਸੀਂ ਆਪਸ਼ਨ 4 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਜਿੱਥੇ 4 ਲਿਖਿਆ ਹੋਏਗਾ ਤੁਸੀਂ ਟਿਕ ਕਰ ਦੇਣਾ ਹੈ। ਹੁਣ ਕਿਹੜੇ ਭਾਗ ਹਨ? ਨੰਬਰ 1 ਧੁਨੀ ਬੋਧ ਜਾਂ ਫਿਰ ਅੱਖਰ ਬੋਧ, ਜਾਂ ਫਿਰ ਇਸ ਨੂੰ ਵਰਨ ਬੋਧ ਵੀ ਕਹਿ ਦਿੰਦੇ ਹਾਂ ਜੀ। ਨੰਬਰ 2 ਸ਼ਬਦ ਬੋਧ, ਨੰਬਰ 3 ਅਰਥ ਬੋਧ ਅਤੇ ਨੰਬਰ 4 ਵਾਕ ਬੋਧ। ਠੀਕ ਹੈ ਜੀ, ਦੁਬਾਰਾ ਰਿਪੀਟ ਕਰਦੇ ਹਾਂ। ਨੰਬਰ 1 ਧੁਨੀ ਬੋਧ, ਨੰਬਰ 2 ਸ਼ਬਦ ਬੋਧ, ਨੰਬਰ 3 ਅਰਥ ਬੋਧ ਅਤੇ ਨੰਬਰ 4 ਵਾਕ ਬੋਧ। ਇਹ ਹੈ ਵਿਆਕਰਨ ਦੀਆਂ 4 ਕਿਸਮਾਂ। ਇਹ ਤੁਸੀਂ ਯਾਦ ਕਰ ਲਵੋ। ਹੁਣ ਗੱਲ ਕਰਦੇ ਹਾਂ ਧੁਨੀ ਬੋਧ ਦੀ। ਧੁਨੀ ਬੋਧ ਕੀ ਹੁੰਦਾ ਹੈ ਜੀ? ਭਾਸ਼ਾ ਦੀ ਸਭ ਤੋਂ ਛੋਟੀ ਇਕਾਈ। ਕਿਸੇ ਵੀ ਭਾਸ਼ਾ ਦੀ, ਗੱਲ ਸਿਰਫ ਪੰਜਾਬੀ ਦੀ ਨਹੀਂ ਹੈ, ਕਿਸੇ ਵੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ ਧੁਨੀ। ਧੁਨੀ ਦਾ ਅਰਥ ਹੁੰਦਾ ਹੈ ਆਵਾਜ਼। ਜਿਵੇਂ ਤੁਸੀਂ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਧੁਨੀ ਦਾ ਅਰਥ ਹੁੰਦਾ ਹੈ ਆਵਾਜ਼। ਬੋਲਣ ਵੇਲੇ ਸਾਡੇ ਮੁੱਖ ਦੇ ਵਿੱਚੋਂ, ਸਾਡੇ ਮੂੰਹ ਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ, ਉਹਨਾਂ ਨੂੰ ਵਿਆਕਰਨ ਦੇ ਵਿੱਚ ਧੁਨੀ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ, ਮੈਂ ਬੋਲ ਰਿਹਾ ਹਾਂ, ਮੇਰੀ ਜਿਹੜੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ, ਇਸ ਨੂੰ ਕਹਿੰਦੇ ਹਨ ਧੁਨੀ। ਠੀਕ ਹੈ ਜੀ। ਇਹ ਧੁਨੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ। ਧੁਨੀਆਂ ਦੇ ਮੇਲ ਤੋਂ ਹੀ ਭਾਸ਼ਾ ਬਣਦੀ ਹੈ। ਪੰਜਾਬੀ ਭਾਸ਼ਾ ਬੋਲਣ ਵੇਲੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹ ਧੁਨੀ ਹੁੰਦੀਆਂ ਹਨ। ਹੁਣ ਧੁਨੀ ਦੇ ਬਾਰੇ ਤੁਹਾਨੂੰ ਪਤਾ ਚੱਲ ਚੁੱਕਿਆ ਹੈ। ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੈ। ਧੁਨੀ ਜਿਹੜੀ ਸਾਡੇ ਮੁੱਖ ਦੇ ਵਿੱਚੋਂ ਆਵਾਜ਼ਾਂ ਨਿਕਲਦੀਆਂ ਹਨ, ਉਹਨਾਂ ਨੂੰ ਅਸੀਂ ਧੁਨੀ ਦਾ ਨਾਮ ਦਿੰਦੇ ਹਾਂ ਜੀ। ਨੰਬਰ 2 ਹੈ ਜੀ ਸ਼ਬਦ ਬੋਧ। ਸ਼ਬਦ ਬੋਧ ਕੀ ਹੁੰਦਾ ਹੈ? ਧੁਨੀਆਂ ਜਾਂ ਵਰਨਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ। ਧੁਨੀ, ਜਦੋਂ ਅਸੀਂ ਕੁਝ ਬੋਲਦੇ ਹਾਂ ਤਾਂ ਉਹ ਜੋ ਵੀ ਅਸੀਂ ਬੋਲਦੇ ਹਾਂ ਕੋਈ ਸ਼ਬਦ ਹੁੰਦਾ ਹੈ। ਧੁਨੀ ਦਾ ਲਿਖਤੀ ਚਿੰਨ੍ਹ ਅੱਖਰ ਹੁੰਦਾ ਹੈ। ਧੁਨੀ ਨੂੰ ਜਦੋਂ ਅਸੀਂ ਲਿਖਦੇ ਹਾਂ, ਉਹਦਾ ਲਿਖਤੀ ਜਿਹੜਾ ਚਿੰਨ੍ਹ ਹੁੰਦਾ ਹੈ ਉਹ ਅੱਖਰ ਹੁੰਦਾ ਹੈ। ਜਿਵੇਂ ਫੋਰ ਐਗਜ਼ਾਮਪਲ, ਮੈਂ ਊੜਾ ਬੋਲਿਆ ਹੈ ਤਾਂ ਇਹ ਧੁਨੀ ਹੈ, ਪਰ ਇਹਦਾ ਜਿਹੜਾ ਲਿਖਤੀ ਚਿੰਨ੍ਹ ਹੈ ਉਹ ਹੈ ਅੱਖਰ। ਇਹ ਕੀ ਹੈ ਜੀ? ਅੱਖਰ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰੀਏ ਜੀ ਆਪਾਂ, ਉਸ ਤੋਂ ਬਾਅਦ ਸ਼ਬਦ ਬੋਧ ਵਿੱਚ ਲਗਾਂ ਅਤੇ ਅੱਖਰਾਂ ਦੇ ਮੇਲ ਤੋਂ ਸ਼ੁੱਧ ਸ਼ਬਦਾਂ ਦਾ ਨਿਰਮਾਣ ਕਰਨ ਦੀ ਜਾਣਕਾਰੀ ਮਿਲਦੀ ਹੈ। ਸ਼ਬਦ ਬੋਧ ਦੇ ਵਿੱਚ ਕਿਵੇਂ ਅਸੀਂ ਕਿਸੇ ਅੱਖਰ ਨੂੰ ਲਿਖਣਾ ਹੈ, ਜਿਵੇਂ ਤੁਸੀਂ ਸ਼ਬਦ ਹੀ ਲਾ ਲਓ, ਤੁਸੀਂ ਸ਼ਬਦ ਲਿਖਣਾ ਹੈ ਤਾਂ ਅੱਖਰਾਂ ਦਾ ਤੁਹਾਨੂੰ ਸਹੀ ਗਿਆਨ ਹੋਣਾ ਚਾਹੀਦਾ। ਸ਼ਬਦ ਬੋਧ ਵਿੱਚ ਲਗਾਂ ਅਤੇ ਅੱਖਰਾਂ, ਇਸ ਦੇ ਵਿੱਚ ਤੁਹਾਨੂੰ ਲਗਾਂ ਦੇ ਬਾਰੇ, ਕਿੱਥੇ ਕੀ ਲਗ ਲਗਾਉਣੀ ਹੈ, ਕਿੱਥੇ ਕੀ ਅੱਖਰ ਜੋੜਨਾ ਹੈ, ਅੱਖਰ ਜੋ ਹੈ ਉਹ ਅੱਗੇ ਪਿੱਛੇ ਨਹੀਂ ਕਰਨੇ, ਇਹਨਾਂ ਦੇ ਬਾਰੇ ਵਿੱਚ ਜਾਣਕਾਰੀ ਮਿਲਦੀ ਹੈ ਸ਼ਬਦ ਬੋਧ ਦੇ ਵਿੱਚ। ਨੰਬਰ 3 'ਤੇ ਹੈ ਜੀ ਅਰਥ ਬੋਧ। ਅਰਥ ਬੋਧ ਤੋਂ ਭਾਵ ਹੁੰਦਾ ਹੈ ਅਰਥਾਂ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ। ਇਸ ਵਿੱਚ ਬਹੁ ਅਰਥਕ ਸ਼ਬਦ, ਸਮਾਨ ਅਰਥਕ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ,
ਅਤੇ ਵਿਰੋਧਾਰਥਕ ਸ਼ਬਦ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਅਰਥਬੋਧ, ਜਿੱਦਾਂ ਅਸੀਂ ਫੋਰ ਐਗਜ਼ਾਮਪਲ ਅਖਾਣ ਵਰਤ ਲੈਂਦੇ ਹਾਂ ਜਾਂ ਫਿਰ ਸਮਾਨ ਅਰਥਕ ਦੀ ਵਰਤੋਂ ਕਰ ਲੈਂਦੇ ਹਾਂ। ਜਿਵੇਂ ਇੱਕ ਥਾਂ ਦੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਰਤ ਲੈਂਦੇ ਹਾਂ। ਅਜਿਹੇ ਸ਼ਬਦਾਂ ਨੂੰ ਅਸੀਂ ਕਹਿ ਦਿੰਦੇ ਹਾਂ ਅਰਥਬੋਧ, ਯਾਨੀ ਕਿ ਸ਼ਬਦਾਂ ਦੇ ਅਰਥ, ਜਿਵੇਂ ਆਸਮਾਨ ਹੈ, ਅੰਬਰ ਹੈ, ਠੀਕ ਹੈ, ਇਵੇਂ ਅਸੀਂ ਇਸ ਨੂੰ ਕਹਿੰਦੇ ਹਾਂ ਅਰਥਬੋਧ। ਹੁਣ ਨੰਬਰ 4 ਗੱਲ ਕਰੀਏ ਵਿਆਕਰਨ ਦੇ ਜਿਹੜੇ 4 ਭਾਗ ਹਨ, ਉਹਨਾਂ ਦੇ ਵਿੱਚ ਨੰਬਰ ਚੌਥਾ ਹੈ ਅਤੇ ਆਖਰੀ ਹੈ ਵਿਆਕਰਨ ਦੇ ਇਸ ਭਾਗ ਵਿੱਚ ਵਾਕ ਰਚਨਾ ਦੇ ਨਿਯਮਾਂ ਬਾਰੇ ਅਤੇ ਵਾਕ ਸੰਬੰਧੀ ਵਿਚਾਰ ਕੀਤੀ ਜਾਂਦੀ ਹੈ ਜੀ। ਉਸ ਤੋਂ ਬਾਅਦ ਜੀ ਸਾਡਾ ਟੋਪਿਕ ਹੈ ਭਾਸ਼ਾ ਜਾਂ ਬੋਲੀ। ਭਾਸ਼ਾ ਕੀ ਹੈ, ਇਸ ਦੇ ਬਾਰੇ ਦੇ ਵਿੱਚ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ। ਇਸ ਦੇ ਰਿਗਾਰਡਿੰਗ ਵੀ ਤੁਹਾਨੂੰ ਕੁਐਸਚਨਸ ਆ ਸਕਦੇ ਹਨ। ਡਿਟੇਲ ਵਾਈਜ਼ ਦੱਸਦੇ ਹਾਂ। ਭਾਸ਼ਾ ਜਾਂ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਜਾਂ ਮਨੋਭਾਵਾਂ ਨੂੰ ਦੂਸਰੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ। ਜਿਵੇਂ ਅਸੀਂ ਆਪਣੇ ਵਿਚਾਰ ਦੂਜੇ ਮਨੁੱਖ ਨਾਲ ਸਾਂਝੇ ਕਰਦੇ ਹਾਂ ਤਾਂ ਉਸ ਦੇ ਲਈ ਸਾਨੂੰ ਭਾਸ਼ਾ ਦੀ ਲੋੜ ਪੈਂਦੀ ਹੈ, ਠੀਕ ਹੈ। ਭਾਸ਼ਾ ਜਾਂ ਬੋਲੀ ਦੀ ਲੋੜ ਪੈਂਦੀ ਹੈ। ਇਹ ਬੋਲੀ ਕੋਈ ਵੀ ਹੋ ਸਕਦੀ ਹੈ, ਪੰਜਾਬੀ, ਇੰਗਲਿਸ਼, ਉਰਦੂ, ਹਿੰਦੀ, ਕੋਈ ਵੀ। ਮਨੁੱਖ ਮੁੱਢ ਤੋਂ ਹੀ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਦਾ ਰਿਹਾ ਹੈ, ਭਾਵੇਂ ਇਹਨਾਂ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਸਾਧਨ ਵੱਖਰੇ ਵੱਖਰੇ ਰਹੇ ਹਨ, ਜਿਵੇਂ ਇਸ਼ਾਰਿਆਂ ਨਾਲ, ਤਸਵੀਰਾਂ ਨਾਲ, ਜਾਂ ਫਿਰ ਭਾਸ਼ਾ ਦਾ ਅਜੋਕਾ ਰੂਪ ਹੌਲੀ ਹੌਲੀ ਹੋਂਦ ਵਿੱਚ ਆਇਆ। ਪਹਿਲਾਂ ਮਨੁੱਖ ਇਸ਼ਾਰਿਆਂ ਨਾਲ ਗੱਲਾਂ ਕਰਦਾ ਸੀ, ਫਿਰ ਭਾਸ਼ਾ ਕ੍ਰੀਏਟ ਹੋਈ, ਫਿਰ ਇੱਕ ਖੇਤਰ ਦੇ ਵਿੱਚ ਭਾਸ਼ਾ ਦੀ ਵਰਤੋਂ ਕੀਤੀ ਗਈ, ਠੀਕ ਹੈ ਜੀ। ਮੂਲ ਰੂਪ ਦੇ ਵਿੱਚ ਭਾਸ਼ਾ ਮੌਖਿਕ ਰਹੀ ਹੈ। ਬੋਲੀ ਸ਼ਬਦ ਵੀ ਬੋਲੀ ਤੋਂ ਬਣਿਆ ਹੈ। ਲਿਪੀ ਦੇ ਵਿਕਸਿਤ ਹੋਣ ਨਾਲ ਭਾਸ਼ਾ ਬੋਲਣ ਦੇ ਨਾਲ ਨਾਲ ਲਿਖੀ ਵੀ ਜਾਣ ਲੱਗੀ। ਕੁਝ ਅਜਿਹੀਆਂ ਵੀ ਭਾਸ਼ਾਵਾਂ ਹਨ ਜਿਹੜੀਆਂ ਸਿਰਫ ਬੋਲੀਆਂ ਜਾਂਦੀਆਂ ਹਨ, ਲਿਖੀਆਂ ਨਹੀਂ ਜਾਂਦੀਆਂ। ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਭਾਸ਼ਾ ਬੋਲੀਆਂ ਗਈਆਂ, ਬੋਲਣ ਤੋਂ ਬਾਅਦ ਇਹਨਾਂ ਦਾ ਲਿਖਿਤ ਰੂਪ ਵੀ ਤਿਆਰ ਹੋ ਗਿਆ। ਹੁਣ ਗੱਲ ਕਰੀਏ, ਭਾਸ਼ਾ 2 ਪ੍ਰਕਾਰ ਦੀ ਹੁੰਦੀ ਹੈ। ਇੱਕ ਹੁੰਦੀ ਹੈ ਆਮ ਬੋਲਚਾਲ ਦੀ ਭਾਸ਼ਾ, ਨੰਬਰ 2 ਸਾਹਿਤਿਕ ਜਾਂ ਟਕਸਾਲੀ ਭਾਸ਼ਾ। ਭਾਸ਼ਾ 2 ਪ੍ਰਕਾਰ ਦੀ ਹੁੰਦੀ ਹੈ ਜੀ। ਅਗਰ ਤੁਹਾਨੂੰ ਕੁਐਸਚਨ ਆ ਜਾਂਦਾ ਐਗਜ਼ਾਮ ਦੇ ਵਿੱਚ ਭਾਸ਼ਾ ਕਿੰਨੀ ਪ੍ਰਕਾਰ ਦੀ ਹੁੰਦੀ ਹੈ, ਤਾਂ ਤੁਸੀਂ ਅੱਖਾਂ ਬੰਦ ਕਰਕੇ 2 ਟਿਕ ਕਰ ਦੇਣਾ ਹੈ। ਇੱਥੇ ਅਗਰ ਆਪਸ਼ਨ ਹੋਏਗਾ ਕਿ ਕਿਹੜੀ ਕਿਹੜੀ, ਤਾਂ ਤੁਸੀਂ ਦੱਸ ਦੇਣਾ ਆਮ ਬੋਲਚਾਲ ਦੀ ਭਾਸ਼ਾ ਅਤੇ ਸਾਹਿਤਿਕ ਜਾਂ ਟਕਸਾਲੀ ਭਾਸ਼ਾ। ਹੁਣ ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਅਸੀਂ ਰੋਜ਼ਾਨਾ ਕਰਦੇ ਹਾਂ, ਮਤਲਬ ਆਮ ਬੋਲਚਾਲ ਦੇ ਵਿੱਚ, ਕੁਝ ਸ਼ਬਦ ਪੰਜਾਬੀ ਦੇ ਅਜਿਹੇ ਵੀ ਹੁੰਦੇ ਹਨ, ਜਿਵੇਂ ਮਾਲਵਾ, ਮਾਝਾ, ਦੁਆਬਾ ਦੇ ਵਿੱਚ ਅਲੱਗ-ਅਲੱਗ ਥੋੜ੍ਹੀਆਂ ਭਾਸ਼ਾਵਾਂ ਦੇ ਵਿੱਚ ਫ਼ਰਕ ਹੈ, ਪਰ ਲਿਖਣ ਦੇ ਵਿੱਚ ਪੰਜਾਬੀ ਸਾਰਿਆਂ ਦੀ ਸੇਮ ਹੈ। ਉਹ ਹੈ ਸਾਹਿਤਿਕ ਭਾਸ਼ਾ। ਅਤੇ ਜਿਹੜੀ ਆਮ ਬੋਲਚਾਲ ਦੀ ਭਾਸ਼ਾ ਉਹ ਹੈ ਜੋ ਅਸੀਂ ਆਮ ਬੋਲਦੇ ਹਾਂ ਇੱਕ ਦੂਜੇ ਨਾਲ, ਅਲੱਗ-ਅਲੱਗ ਏਰੀਆ ਵਾਈਜ਼, ਜਿਵੇਂ ਮਾਝੇ ਵਾਲੇ ਅਲੱਗ ਭਾਸ਼ਾ ਬੋਲਦੇ ਹਨ, ਮਾਲਵੇ ਵਾਲੇ ਅਲੱਗ ਅਤੇ ਦੁਆਬੇ ਵਾਲੇ ਅਲੱਗ ਭਾਸ਼ਾ ਬੋਲਦੇ ਹਨ। ਇਸੇ ਤਰ੍ਹਾਂ ਫਰਕ ਹੈ ਆਮ ਬੋਲਚਾਲ ਦੀ ਭਾਸ਼ਾ ਅਤੇ ਸਾਹਿਤਿਕ ਟਕਸਾਲੀ ਭਾਸ਼ਾ। ਹੁਣ ਅਗਲਾ ਸਵਾਲ ਹੈ ਜੀ ਲਿਪੀ। ਲਿਪੀ ਕੀ ਹੈ? ਭਾਸ਼ਾ ਜਾਂ ਬੋਲੀ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜਿਹੜੇ ਅੱਖਰਾਂ ਅਤੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਦੇ ਸਮੂਹ ਨੂੰ ਲਿਪੀ ਕਹਿੰਦੇ ਹਨ, ਠੀਕ ਹੈ ਜੀ। ਕਿਸੇ ਵੀ ਭਾਸ਼ਾ, ਕੋਈ ਵੀ ਭਾਸ਼ਾ ਹੋਵੇ, ਉਹਨੂੰ ਲਿਖਣ ਦੇ ਲਈ, ਉਸ ਨੂੰ ਲਿਖਤੀ ਰੂਪ ਦੇ ਵਿੱਚ ਲਿਖਣ ਦੇ ਲਈ ਜਿਹੜੇ ਅੱਖਰਾਂ ਅਤੇ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ ਅਸੀਂ, ਉਹਨੂੰ ਕਹਿੰਦੇ ਆ ਜੀ ਲਿਪੀ। ਅਤੇ ਲਿਪੀ ਹਰ ਪ੍ਰਮਾਣਿਤ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ। ਪ੍ਰਮਾਣਿਤ ਭਾਸ਼ਾ ਮਤਲਬ ਜੋ ਕਿ ਵੈਰੀਫਾਈਡ ਭਾਸ਼ਾ, ਜੋ ਬੋਲੀ ਵੀ ਜਾਂਦੀ ਹੈ ਅਤੇ ਲਿਖੀ ਵੀ ਜਾਂਦੀ ਹੈ। ਅਜਿਹੀ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ, ਔਰ ਬਿਨਾਂ ਲਿਪੀ ਤੋਂ ਤੁਸੀਂ ਕੋਈ ਵੀ ਭਾਸ਼ਾ ਨਹੀਂ ਸਿੱਖ ਸਕਦੇ। ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਕਿਹੜੀ ਲਿਪੀ ਯੂਜ਼ ਕਰਦੇ ਹਾਂ, ਕਿਸ ਲਿਪੀ ਦੀ ਵਰਤੋਂ ਕਰਦੇ ਹਾਂ, ਤਾਂ ਉਹ ਹੈ ਗੁਰਮੁਖੀ ਲਿਪੀ। ਇਹ ਇੰਪੋਰਟੈਂਟ ਕੁਐਸਚਨਸ ਹੈ, ਬਹੁਤ ਹੀ ਜ਼ਿਆਦਾ ਐਗਜ਼ਾਮ ਦੇ ਵਿੱਚ ਆ ਚੁੱਕਿਆ ਹੈ ਕਿ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ, ਤਾਂ ਤੁਸੀਂ ਦੱਸਣਾ ਹੈ ਜੀ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ। ਇਸ ਦੇ ਵਿੱਚ ਭਾਸ਼ਾ ਢੁਕਵੀਂ ਲਿਪੀ ਹੈ। ਹਿੰਦੀ ਭਾਸ਼ਾ ਦੀ ਕਿਹੜੀ ਹੈ? ਹਿੰਦੀ ਭਾਸ਼ਾ ਦੀ ਹੈ ਦੇਵਨਾਗਰੀ, ਅਤੇ ਅੰਗਰੇਜ਼ੀ ਭਾਸ਼ਾ ਦੀ ਹੈ ਰੋਮਨ। ਠੀਕ ਹੈ ਜੀ। ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ? ਪੰਜਾਬੀ ਭਾਸ਼ਾ ਦੀ ਲਿਪੀ ਹੈ ਗੁਰਮੁਖੀ, ਹਿੰਦੀ ਭਾਸ਼ਾ ਦੀ ਹੈ ਦੇਵਨਾਗਰੀ ਅਤੇ ਅੰਗਰੇਜ਼ੀ ਭਾਸ਼ਾ ਦੀ ਹੈ ਰੋਮਨ। ਉਸ ਤੋਂ ਬਾਅਦ ਵਰਨਮਾਲਾ ਗੁਰਮੁਖੀ ਅੱਖਰ ਜਦੋਂ ਨਿਸ਼ਚਿਤ ਤਰਤੀਬ ਵਿੱਚ ਲਿਖੇ ਜਾਂਦੇ ਹਨ। ਵਰਨਮਾਲਾ, ਇਹ ਵੀ ਇੱਕ ਹਰੇਕ ਭਾਸ਼ਾ ਦੇ ਵਿੱਚ ਵਰਨਮਾਲਾ ਹੁੰਦੀ ਹੈ। ਵਰਨਮਾਲਾ ਨੂੰ ਤਰਤੀਬ ਢੰਗ ਨਾਲ ਲਿਖਣ ਨੂੰ ਹੀ ਵਰਨਮਾਲਾ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਗੁਰਮੁਖੀ ਲਿਪੀ ਦੇ 35 ਅੱਖਰੀ ਲਿਪੀ ਹੈ। ਇਹ ਕੁਐਸਚਨ ਬਹੁਤ ਵਾਰ ਆ ਚੁੱਕਿਆ ਹੈ, ਨੋਟ ਕਰ ਲਵੋ। ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ? ਗੁਰਮੁਖੀ। ਅਤੇ ਗੁਰਮੁਖੀ ਲਿਪੀ ਦੇ ਕਿੰਨੇ ਅੱਖਰ ਹਨ? ਇਹ ਹਨ 35 ਅੱਖਰ। ਪਹਿਲਾਂ 35 ਅੱਖਰ ਸਨ, ਇਸੇ ਕਰਕੇ ਇਸ ਨੂੰ 35 ਅੱਖਰੀ ਕਿਹਾ ਜਾਂਦਾ ਸੀ।
ਅਰਬੀ ਅਤੇ ਫਾਰਸੀ ਧੁਨੀਆਂ ਨੂੰ ਅੰਕਿਤ ਕਰਨ ਦੇ ਲਈ 5 ਅੱਖਰਾਂ ਜਿਵੇਂ ਸੱਸਾ, ਖੱਖਾ, ਗੱਗਾ, ਜੱਜਾ, ਫੱਫਾ ਦੇ ਇਹਨਾਂ ਦੇ ਪੈਰਾਂ ਦੇ ਵਿੱਚ ਬਿੰਦੀ ਦੀ ਵਰਤੋਂ ਕੀਤੀ ਗਈ। 5 ਪਲੱਸ ਕਰ ਦਿੱਤੇ ਗਏ, ਹੁਣ ਹੋ ਗਈ ਹੈ 40 ਅੱਖਰੀ। ਠੀਕ ਆ ਜੀ। ਪੰਜਾਬੀ ਭਾਸ਼ਾ ਪਟਿਆਲਾ ਵੱਲੋਂ ਫਿਰ ਇੱਕ ਹੋਰ ਧੁਨੀ ਦੀ ਪਛਾਣ ਕੀਤੀ ਗਈ ਜੋ ਕਿ ਲੱਲੇ ਪੈਰੀ ਬਿੰਦੀ ਲਗਾ ਕੇ ਲੱਲੇ ਪੈਰੇ ਬਿੰਦੀ ਅੱਖਰ ਬਣਾ ਲਿਆ ਗਿਆ। ਇਹ ਤਾਲਵੀ ਧੁਨੀ ਨੂੰ ਪ੍ਰਗਟ ਕਰਦਾ ਹੈ। ਇਸ ਤਰ੍ਹਾਂ ਪੰਜਾਬੀ ਭਾਸ਼ਾ ਦੇ ਵਿੱਚ ਟੋਟਲ ਕਿੰਨੇ ਅੱਖਰ ਹੋ ਗਏ ਜੀ? 41। ਇਹ ਤੁਸੀਂ ਯਾਦ ਕਰਨਾ, ਇਹ ਐਗਜ਼ਾਮ ਦੇ ਵਿੱਚ ਆ ਸਕਦਾ ਹੈ ਜੀ। ਠੀਕ ਹੈ ਜੀ। ਕਿਹੜੇ ਕਿਹੜੇ ਹਨ ਉਹ ਤੁਸੀਂ ਦੇਖ ਸਕਦੇ ਹੋ। ਪੂਰੀ ਡਿਟੇਲ ਵਾਈਜ਼ ਤੁਹਾਨੂੰ ਨਹੀਂ ਦੱਸਾਂਗਾ, ਇਸ ਦਾ ਸਕਰੀਨਸ਼ਾਟ ਲੈ ਲਵੋ, ਤੁਸੀਂ ਖੁਦ ਵੀ ਤੁਸੀਂ ਇਸ ਨੂੰ ਦੇ ਸਕਦੇ ਹੋ। ਉਸ ਤੋਂ ਬਾਅਦ ਗੱਲ ਕਰੀਏ ਸਵਰ, ਜਾਣੀ ਕਿ ਵਾਵਲ। ਸਵਰ ਉਹ ਧੁਨੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਕੋਈ ਰੁਕਾਵਟ ਨਹੀਂ ਪਾਉਂਦੇ, ਜਿਵੇਂ ਊੜਾ, ਐੜਾ ਅਤੇ ਈੜੀ। 3 ਸਵਰ ਹਨ ਪੰਜਾਬੀ ਦੇ ਵਿੱਚ। ਠੀਕ ਹੈ ਜੀ। ਅੱਗੇ ਇਹਨਾਂ ਦੀਆਂ ਅਲੱਗ-ਅਲੱਗ ਸਵਰ ਧੁਨੀਆਂ 10 ਹਨ। ਜਿਵੇਂ ਇੱਥੇ ਇਹ ਵੀ ਕੁਐਸਚਨ ਆ ਸਕਦਾ ਕਿ ਸਵਰ ਦੀਆਂ ਕਿੰਨੀਆਂ ਧੁਨੀਆਂ ਹਨ, ਤਾਂ ਉਹ ਹਨ ਜੀ 10। ਇਹ ਵੀ ਨੋਟ ਕਰ ਲਵੋ। ਜਿਵੇਂ ਐੜਾ, ਐੜੇ ਨੂੰ ਕੰਨਾ, ਈੜੀ, ਈ, ਈ, ਊ, ਏ, ਐ, ਓ ਤੇ ਓ। ਠੀਕ ਹੈ ਜੀ। ਉਸ ਤੋਂ ਬਾਅਦ ਵਿਅੰਜਨ ਉਹ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਥੋੜ੍ਹੀ ਬਹੁਤ ਰੁਕਾਵਟ ਪਾਉਂਦੇ ਹਨ। ਜਿਹੜੇ ਵਿਅੰਜਨ ਬੋਲਣ ਦੀ ਸਾਨੂੰ ਜੀਭ ਸਾਡੀ ਥੋੜ੍ਹੀ ਜਿਹੀ ਰੁਕਾਵਟ ਪਾਉਂਦੀ ਹੈ, ਉਹ ਹੁੰਦੇ ਹਨ ਵਿਅੰਜਨ। ਇਹਨਾਂ ਨੂੰ ਬੋਲਣ ਸਮੇਂ ਜੀਭ ਕਦੇ ਤਾਲੂ ਨਾਲ ਅਤੇ ਕਦੇ ਦੰਦਾਂ ਦੇ ਅੰਦਰਲੇ ਪਾਸੇ ਛੂੰਹਦੀ ਹੈ ਜੀ। ਕਈ ਵਾਰੀ ਬੁੱਲ ਥੋੜ੍ਹੀ ਦੇਰ ਦੇ ਲਈ ਮਿਟੇ ਜਾਂਦੇ ਹਨ, ਬੁੱਲ ਮਿਟ ਜਾਂਦੇ ਹਨ। ਪੰਜਾਬੀ ਵਰਨਮਾਲਾ ਵਿੱਚ ਸੱਸੇ ਤੋਂ ਲੈ ਕੇ ਲੱਲਾ ਪੈਰਾ ਬਿੰਦੀ ਤੱਕ 38 ਵਿਅੰਜਨ ਅੱਖਰ ਹਨ। ਇਹ ਵੀ ਤੁਸੀਂ ਨੋਟ ਕਰ ਲਓ। ਟੋਟਲ ਵਿਅੰਜਨ ਅੱਖਰ ਕਿੰਨੇ ਹਨ? 38। ਅਨੁਨਾਸਿਕ ਵਿਅੰਜਨ ਕਿਹੜੇ ਹੁੰਦੇ ਹਨ? ਇਹ ਕੁਐਸਚਨ ਬਹੁਤ ਹੀ ਇੰਪੋਰਟੈਂਟ ਹੈ ਜੀ। ਇਸ ਨੂੰ ਤੁਸੀਂ ਨੋਟ ਕਰ ਲਵੋ। ਜਿੰਨੀਆਂ ਧੁਨੀਆਂ ਦਾ ਉਚਾਰਨ ਕਰਨ ਦੇ ਸਮੇਂ ਸਾਡੇ ਨੱਕ ਦੇ ਵਿੱਚੋਂ ਆਵਾਜ਼ ਨਿਕਲਦੀ ਹੈ, ਉਸ ਨੂੰ ਕਹਿੰਦੇ ਹਨ ਅਨੁਨਾਸਿਕ ਵਿਅੰਜਨ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਉਚਾਰਨ ਕਰਨ ਦੇ ਲਈ ਸਾਡੇ ਨੱਕ ਦੇ ਵਿੱਚੋਂ ਆਵਾਜ਼ ਨਿਕਲਦੀ ਹੈ। ਜਿਵੇਂ ਅੰਗਾ, ਨਈਆਂ, ਨਾਣਾ, ਨੰਨਾ ਅਤੇ ਮੰਮਾ। 5 ਹਨ ਇਹ ਅੱਖਰ ਜੀ। ਉਸ ਤੋਂ ਬਾਅਦ ਦੁੱਤ ਅੱਖਰ ਕਿਹੜੇ ਹੁੰਦੇ ਨੇ? ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਇਹ ਕਾਫੀ ਜ਼ਿਆਦਾ ਐਗਜ਼ਾਮ ਦੇ ਵਿੱਚ ਆ ਚੁੱਕਿਆ ਹੈ। ਉਹ ਅੱਖਰ ਜਿਹੜਾ 2 ਅੱਖਰਾਂ ਦੇ ਮੇਲ ਤੋਂ ਬਣੇ ਉਸ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। 2 ਅੱਖਰਾਂ ਤੋਂ ਬਣੇ ਸ਼ਬਦ ਨੂੰ ਦੁੱਤ ਅੱਖਰ ਆਖਿਆ ਜਾਂਦਾ ਹੈ। ਇਸ ਵਿੱਚ ਇੱਕ ਅੱਖਰ ਦੂਜੇ ਅੱਖਰ ਦੇ ਪੈਰ ਵਿੱਚ ਲਿਖਿਆ ਜਾਂਦਾ ਹੈ ਅਤੇ ਦੋਵੇਂ ਮਿਲ ਕੇ ਇੱਕ ਆਵਾਜ਼ ਪੈਦਾ ਕਰਦੇ ਹਨ, ਉਸ ਨੂੰ ਕਹਿੰਦੇ ਹਨ ਦੁੱਤ ਅੱਖਰ। ਠੀਕ ਹੈ ਜੀ। ਉਸ ਤੋਂ ਦੁੱਤ ਅੱਖਰ ਹਾਹਾ, ਰਾਰਾ ਅਤੇ ਵਾਵਾ। 3 ਦੁੱਤ ਅੱਖਰ ਹੁੰਦੇ ਹਨ। ਹਾਹਾ ਦੀ ਪੈਰ ਵਿੱਚ ਵਰਤੋਂ ਨਾਲ ਪੜ੍ਹਾਈ, ਜੜ, ਜਿਨ੍ਹਾਂ ਆਦਿ ਲਿਖਿਆ ਜਾ ਸਕਦਾ ਹੈ। ਰਾਰਾ ਇਹ ਵੀ ਜਿਹੜਾ ਪੈਰਾਂ ਦੇ ਵਿੱਚ ਅੱਖਰ ਪੈਂਦਾ ਉਹਨੂੰ ਵਰਤੇ ਦੁੱਤ ਅੱਖਰ। ਇਹ ਵੀ ਨੋਟ ਕਰ ਲਵੋ। ਪੈਰਾਂ ਦੇ ਵਿੱਚ ਜਿਵੇਂ ਰਾਰਾ ਪੈਂਦਾ ਹੈ, ਪ੍ਰਸ਼ਨ, ਪ੍ਰਗਟ, ਪ੍ਰਾਰਥਨਾ, ਕਿਰਪਾਲਤਾ ਆਦਿ। ਅਤੇ ਵਾਵਾ ਵੀ ਕਈਆਂ ਦੇ ਪੈਰਾਂ ਦੇ ਵਿੱਚ ਪੈਂਦਾ ਹੈ, ਬਟ ਇਹ ਜ਼ਿਆਦਾਤਰ ਨਹੀਂ ਆਉਂਦਾ। ਫਿਰ ਵੀ ਇਹ ਦੁੱਤ ਅੱਖਰ ਹੈ। 3 ਅੱਖਰ ਹਨ ਜਿਹੜੇ ਤੁਸੀਂ ਨੋਟ ਕਰਨੇ ਹਨ, ਜਿਵੇਂ ਸਵਰ, ਸਵੈ ਜੀਵਨੀ, ਸਵੈਮਾਨ, ਸਵੈ ਵਿਸ਼ਵਾਸ ਆਦਿ। ਉਸ ਤੋਂ ਬਾਅਦ ਗੱਲ ਕਰੀਏ ਲਗਾਂ ਜਿਹੜੀਆਂ ਹੁੰਦੀਆਂ ਹਨ, ਇਹ ਕਿਸੇ ਵੀ ਭਾਸ਼ਾ ਦੇ ਵਿੱਚ ਬਹੁਤ ਜ਼ਰੂਰੀ ਹੈ। ਬਿਨਾਂ ਲਗਾਂ ਤੋਂ ਕੋਈ ਵੀ ਬੋਲੀ ਮੁਕੰਮਲ ਨਹੀਂ ਹੁੰਦੀ। ਠੀਕ ਹੈ ਜੀ। ਅਤੇ ਲਗਾਂ ਕਿਹੜੀਆਂ ਹੁੰਦੀਆਂ ਹਨ? ਲਗਾਂ ਪੰਜਾਬੀ ਧੁਨੀਆਂ ਤੋਂ ਬਣਦੇ ਸ਼ਬਦਾਂ ਨੂੰ ਅੰਕਿਤ ਕਰਨ ਦੇ ਲਈ ਗੁਰਮੁਖੀ ਅੱਖਰਾਂ ਨਾਲ ਕੁਝ ਲਗਾਂ ਲੱਗਦੀਆਂ ਹਨ। ਅੱਖਰਾਂ ਤੋਂ ਬਿਨਾਂ ਲਗਾਂ ਦਾ ਕੋਈ ਮਤਲਬ ਨਹੀਂ ਹੈ। ਗੁਰਮੁਖੀ ਲਿਪੀ ਦੀਆਂ 10 ਲਗਾਂ ਹਨ। ਇਹ 10 ਲਗਾਂ ਤੁਸੀਂ ਯਾਦ ਕਰਨੀਆਂ ਹਨ। ਕੁਐਸਚਨ ਆ ਸਕਦਾ ਗੁਰਮੁਖੀ ਦੀ ਲਿਪੀ ਦੀਆਂ ਕਿੰਨੀਆਂ ਲਗਾਂ ਹਨ? 10 ਲਗਾਂ ਹਨ। ਠੀਕ ਹੈ ਜੀ। ਪਹਿਲੀ ਲਗ ਮੁਕਤਾ ਹੁੰਦੀ ਜਿੱਥੇ ਕੋਈ ਚਿੰਨ੍ਹ ਨਹੀਂ ਹੁੰਦਾ, ਜਿਵੇਂ ਸੱਸਾ, ਸਬਰ, ਸਤਰ। ਕੰਨਾ, ਸਿਹਾਰੀ। ਉਸ ਤੋਂ ਬਾਅਦ ਬਿਹਾਰੀ, ਔਂਕੜ, ਦਲੋਂਕੜ, ਲਾਮ, ਦੋਲਾਵਾਂ, ਹੋੜਾ ਅਤੇ ਕਨੋੜਾ। 10 ਲਗਾਂ ਹੁੰਦੀਆਂ ਹਨ ਜੀ। ਇਹ ਤੁਸੀਂ ਸਾਰੀਆਂ ਨੋਟ ਕਰਨੀਆਂ ਹਨ। ਉਸ ਤੋਂ ਬਾਅਦ ਹੈ ਮੁਕਤਾ ਧੁਨੀ ਸਵਰ ਧੁਨੀ ਨੂੰ ਕਹਿੰਦੇ ਹਨ। ਇਸ ਦਾ ਕੋਈ ਚਿੰਨ੍ਹ ਵੀ ਨਹੀਂ ਹੈ, ਭਾਵ ਜਿਹੜੇ ਅੱਖਰ ਨੂੰ ਕੋਈ ਲਗ ਨਹੀਂ ਲੱਗਦੀ ਉਹਨੂੰ ਕਿਹਾ ਜਾਂਦਾ ਹੈ ਮੁਕਤਾ। ਜਿਵੇਂ ਅਸੀਂ ਲਿਖਣਾ ਹੈ ਸਬਰ, ਇਹਦੇ ਨਾਲ ਕੋਈ ਵੀ ਧੁਨੀ ਨਹੀਂ ਲੱਗਦੀ,
ਇਹ ਹੈ ਜੀ ਮੁਕਤਾ। ਠੀਕ ਹੈ, ਜਿਵੇਂ ਸਰਕਸ ਹੋ ਗਿਆ, ਘਰ ਹੋ ਗਿਆ, ਕਰਮ ਹੋ ਗਿਆ, ਧਰਮ ਹੋ ਗਿਆ, ਮਰਨ ਹੋ ਗਿਆ ਆਦਿ। ਉਸ ਤੋਂ ਬਾਅਦ ਗੱਲ ਕਰੀ ਕੰਨਾ। ਕੰਨੇ ਦਾ ਤੁਹਾਨੂੰ ਸਭ ਨੂੰ ਪਤਾ ਹੈ, ਸਿਹਾਰੀ ਦਾ ਤੁਹਾਨੂੰ ਪਤਾ, ਬਿਹਾਰੀ ਦਾ ਵੀ ਪਤਾ ਹੈ, ਔਂਕੜ ਦਲੋਂਕੜ, ਲਾਮ ਦਾ ਪਤਾ ਹੈ, ਦੁਲਾਵਾਂ ਦਾ ਪਤਾ ਕਿੱਥੇ ਯੂਜ਼ ਹੋਣੀ ਹੈ, ਹੋੜਾ ਮੁਕਤਾ ਤੁਹਾਨੂੰ ਪਤਾ ਹੈ ਜੀ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅਗਲੀ ਵੀਡੀਓ ਜਲਦੀ ਤੁਹਾਨੂੰ ਮਿਲੇਗੀ। ਇਸ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਉਸ ਦੇ ਰਿਗਾਰਡਿੰਗ ਤਾਂ ਤੁਸੀਂ ਕਮੈਂਟ ਕਰਕੇ ਦੇ ਸਕਦੇ ਹੋ ਜੀ। ਕੋਈ ਕੁਐਰੀ ਹੈ ਕਮੈਂਟ ਕਰਕੇ ਪੁੱਛ ਸਕਦੇ ਹੋ, ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਗਈ ਹੈ। ਮੈਂ ਜ਼ਿਆਦਾ ਬੋਰਿੰਗ ਵੀਡੀਓ ਨਹੀਂ ਬਣਾਉਣਾ ਚਾਹੁੰਦਾ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਗਾਇਜ਼ ਥੋੜ੍ਹਾ ਜਿਹਾ ਹੌਸਲਾ ਵਧਾਓ, ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਕਮੈਂਟ ਕਰਕੇ ਦੱਸ ਸਕਦੇ ਹੋ। ਓਕੇ ਗਾਇਜ਼, ਥੈਂਕ ਯੂ ਸੋ ਮਚ ਜੀ।